ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ ਸੁਖਵਿੰਦਰ। ਧੰਨਵਾਦ ਵਾਲੀਆ ਸਾਹਿਬ। ਸੰਗਰੂਰ ਦੀ ਉਪ ਚੋਣ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਕਹਿ ਲਓ ਕਿ ਜਿੱਤ ਜੇ ਸਾਬਤ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਇਹਦੇ ਵਿੱਚੋਂ ਆਪਣੇ 3 ਮਹੀਨਿਆਂ ਦੀ ਕਾਰਗੁਜ਼ਾਰੀ ਜਾਂ ਹੋਰ ਜੋ ਕੁਝ ਫੈਸਲੇ ਲਏ ਉਹਨੂੰ ਅੱਗੇ ਲਿਆ ਕੇ ਰੱਖੇਗੀ ਕਿ ਦੇਖੋ ਸਾਨੂੰ ਲੋਕਾਂ ਨੇ ਫਤਵਾ ਦਿੱਤਾ ਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਜ਼ਮੀਨੀ ਲੈਵਲ ਤੇ ਲੋਕਾਂ ਨਾਲ ਉਸੇ ਰੰਗ ਵਿੱਚ ਨਜ਼ਰ ਆ ਰਹੇ ਨੇ ਜਿਵੇਂ ਕਮੇਡੀਅਨ ਟਾਈਪ ਪਹਿਲਾਂ ਕਰਦੇ ਸੀ, ਉਵੇਂ ਹੀ ਲੋਕਾਂ ਨੂੰ ਹਸਾ ਰਹੇ ਨੇ, ਉਵੇਂ ਹੀ ਲੋਕਾਂ 'ਚ ਵਿਚਰ ਰਹੇ ਨੇ। ਪਰ ਕੁਝ ਜਿਹੜੇ ਮਸਲੇ ਸੀਰੀਅਸ ਹੁੰਦੇ ਨੇ, ਜਿਵੇਂ ਉਹ ਕਹਿੰਦੇ ਕਿ 3-4 ਮੰਤਰੀ ਹੋਰ ਰਡਾਰ ਤੇ ਨੇ, ਸਾਬਕਾ ਮੰਤਰੀ, ਬਸ ਉਹਨਾਂ ਦੀਆਂ ਫਾਈਲਾਂ ਤਿਆਰ ਹੋ ਰਹੀਆਂ, ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਚੱਕਿਆ ਜਾਏਗਾ। ਝਾੜੂ ਕਹਿੰਦੇ ਉੱਪਰੋਂ ਚੱਲ ਰਿਹਾ, ਇਸ ਕਰਕੇ ਉੱਪਰੋਂ ਵੱਡੇ ਲੀਡਰਾਂ ਨੂੰ ਫੜਦੇ ਫੜਦੇ ਨੀਚੇ ਤੱਕ ਆਏਗਾ, ਭ੍ਰਿਸ਼ਟਾਚਾਰ ਮੁਕਤ ਕਰ ਦੇਣਾ। ਪਰ ਜਿਸ ਤਰ੍ਹਾਂ ਦੇ ਹਾਲਾਤ, ਮੈਂ ਹਾਲਾਤਾਂ ਤੇ ਗੱਲ ਕਰਨਾ ਚਾਹੁੰਦਾ ਕਿ ਸੰਗਰੂਰ ਦੇ ਚੋਣ ਦੇ ਵਿੱਚ ਕਾਫੀ ਜਿਹੜਾ ਕੰਡੇ ਦੀ ਟੱਕਰ ਵੀ ਆ, ਤੇ ਦੂਜੇ ਨੰਬਰ ਦੇ ਉੱਤੇ ਕਹਿ ਲਓ ਜਾਂ ਪਹਿਲੇ ਨੰਬਰ ਤੇ ਵੀ ਆ ਸਕਦੇ ਨੇ ਸਿਮਰਨਜੀਤ ਸਿੰਘ ਮਾਨ ਬੈਠੇ ਨੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਪਰ ਪਹਿਲੀ ਗੱਲ ਜਦੋਂ ਅਸੀਂ ਇਹਦਾ ਐਨਾਲਿਸਿਸ ਕਰਨਾ ਹੈ, ਇਹ ਜਿਹੜੀ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਮਹੱਤਵਪੂਰਨ ਹੈ। ਵੈਸੇ ਚੋਣ ਹਰ ਇੱਕ ਪੋਲੀਟੀਕਲ ਪਾਰਟੀ ਲਈ ਮਹੱਤਵਪੂਰਨ ਹੁੰਦੀ ਹੈ, ਪਰ ਆਮ ਆਦਮੀ ਪਾਰਟੀ ਲਈ ਇਸ ਕਰਕੇ ਮਹੱਤਵਪੂਰਨ ਹੈ ਕਿ ਉਹਨਾਂ ਦਾ ਇੱਕੋ ਇੱਕ ਲੋਕ ਸਭਾ ਦਾ ਮੈਂਬਰ, 1.25 ਲੱਖ ਮੈਂਬਰ ਜੇ ਨਹੀਂ ਇਹਦੇ ਚ ਕਰਦੇ ਤਾਂ ਉਹਨਾਂ ਦਾ ਵੱਡਾ ਨੁਕਸਾਨ ਹੋਏਗਾ। ਦੂਜੀ ਗੱਲ, ਪੰਜਾਬ ਦੇ ਵਿੱਚ 3 ਮਹੀਨੇ ਦੇ ਵਿੱਚ ਜੇ ਉਹ ਨਹੀਂ ਜਿੱਤਦੇ, ਜਿੱਥੇ 3 ਲੱਖ ਦੀ ਜਿੱਤ ਭਗਵੰਤ ਮਾਨ ਦੀ ਸੀ, ਜਿਹਨੂੰ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਕੈਪੀਟਲ ਕਹਿੰਦੇ ਨੇ, ਰਾਜਧਾਨੀ ਕਹਿੰਦੇ ਨੇ, ਉੱਥੇ ਜੇ ਨਹੀਂ ਜਿੱਤਦੇ ਤਾਂ ਵੀ ਨਮੋਸ਼ੀ ਵਾਲੀ ਗੱਲ ਹੋਏਗੀ। ਜੇ ਇੱਥੇ ਨਹੀਂ ਜਿੱਤਦੇ ਤਾਂ ਗੁਜਰਾਤ ਦੇ ਵਿੱਚ ਵੀ ਅਸਰ ਪਏਗਾ, ਹਿਮਾਚਲ ਦੇ ਵਿੱਚ ਵੀ ਅਸਰ ਪਏਗਾ ਕਿ ਤੁਸੀਂ ਗੱਲਾਂ ਤਾਂ ਇਹ ਕਰਦੇ ਸੀ ਤੇ ਤੁਸੀਂ ਇੱਥੋਂ ਜਿੱਤ ਨਹੀਂ ਸਕੇ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਬਹੁਤ ਜ਼ੋਰ ਲਾ ਰਹੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਕੱਲੀ ਪਾਰਟੀ ਦਾ ਐਨਾਲਿਸਿਸ ਕਰੀਏ ਤਾਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇੱਥੇ 5 ਕੋਣਾ ਮੁਕਾਬਲਾ। ਵੈਸੇ 16 ਉਮੀਦਵਾਰ ਮੈਦਾਨ 'ਚ ਨੇ, ਲੇਕਿਨ 5 ਮੇਜਰ ਪਾਰਟੀਆਂ ਦੇ ਉਮੀਦਵਾਰ ਨੇ, ਜਿਨ੍ਹਾਂ ਦੇ ਵਿੱਚ ਇੱਕ ਦਾ ਜਿਹਦਾ ਜ਼ਿਕਰ ਕਰ ਰਿਹਾ ਗੁਰਮੇਲ ਸਿੰਘ ਹੈ, ਘਰਾਚੋਂ ਪਿੰਡ ਦਾ ਸਰਪੰਚ ਹੈ, ਔਰ ਜਿਹੜੇ ਭਗਵੰਤ ਮਾਨ ਦਾ ਜਿਹੜਾ OSD ਹੈ ਸੁਖਬੀਰ ਸਿੰਘ, ਉਹ ਵੀ ਘਰਾਚੋਂ ਦਾ ਹੈ, ਉਹਦਾ ਸਕਾ ਚਾਚਾ ਇਹ ਹੈ ਜਿਹੜਾ ਗੁਰਮੇਲ ਸਿੰਘ ਉੱਥੇ ਖੜਾ ਹੈ। ਸੋ ਉਹ ਆਮ ਆਦਮੀ ਪਾਰਟੀ ਵੱਲੋਂ ਹੈ। ਦੂਜੇ ਪਾਸੇ ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਬੰਦਾ ਹੈ ਨਹੀਂ ਸੀ। ਉਹਨਾਂ ਨੇ ਦਾਅ ਖੇਡਿਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਹਾਇਆ, ਸਿੱਖ ਜਿਹੜੇ ਬੰਦੀਆਂ ਦੀ ਗੱਲ, ਸਿੱਖ ਬੰਦੀਆਂ ਦੀ ਗੱਲ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਕਰ ਸਕਦੇ ਸੀ, ਹਾਲੇ ਤੱਕ ਕੋਈ ਸਪੀਚ ਉਹਨਾਂ ਦੀ ਨਹੀਂ ਸੁਣੀ ਕਿ ਸਿੱਖਾਂ ਨੂੰ ਤੁਸੀਂ ਛੱਡੋ, ਤੇ ਉਹਨਾਂ ਦੀਆਂ ਨਾ ਉਹਨਾਂ ਦੀ ਤੇ ਨਾ ਉਹਨਾਂ ਦੀ ਪਤਨੀ ਦੀ, ਤੇ ਉਹ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਕਮਲਦੀਪ ਕੌਰ ਨੂੰ ਉਹਨਾਂ ਨੇ ਟਿਕਟ ਦਿੱਤੀ। ਵੈਸੇ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਹੈ, ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜਦੋਂ ਆਪਣੇ ਪਿਤਾ ਦੇ ਭੋਗ ਤੇ ਆਉਂਦਾ 1 ਘੰਟੇ ਦੀ ਪੈਰੋਲ ਲਈ, ਤਾਂ ਉਹ ਅਕਾਲੀਆਂ ਦੇ ਹੱਕ 'ਚ ਅਪੀਲ ਕਰਦਾ, ਤੇ ਅਕਾਲੀਆਂ ਨੂੰ ਮਿਲਿਆ ਕੀ ਹੈ ਤੁਹਾਨੂੰ ਪਤਾ ਹੀ ਹੈ ਵਿਧਾਨ ਸਭਾ ਦੀ ਇਲੈਕਸ਼ਨ ਦੇ ਵਿੱਚ। ਰਿਹਾ ਤੋਂ ਬਾਅਦ ਗੱਲ ਆਉਂਦੀ ਹੈ ਸਿਮਰਨਜੀਤ ਸਿੰਘ ਮਾਨ ਦੀ। ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਇੱਕ ਸਟੈਂਡ ਤੇ ਰਹਿਣ ਵਾਲਾ ਬੰਦਾ। ਇਹ ਲੋਕ ਕਹਿੰਦੇ ਨੇ ਭਾਵੇਂ ਕਿ ਖਾਲਿਸਤਾਨ ਜਿੰਦਾਬਾਦ, ਉਹਦਾ ਚਾਹੇ ਉਹ ਅੱਖ ਮਾਰ ਕੇ ਮਤਾ ਪਾਸ ਕਰਾਵੇ ਤੇ ਚਾਹੇ ਅਦਰਵਾਈਜ਼ ਕਹੇ, ਉਹ ਲੱਗਿਆ ਹੋਇਆ ਆਪਦੇ ਸਟੈਂਡ ਤੇ ਹੈ। ਸਿਮਰਨਜੀਤ ਸਿੰਘ ਮਾਨ ਇੱਕ ਵਾਰ ਜਿੱਤ ਵੀ ਚੁੱਕਿਆ ਇੱਥੋਂ। ਫੇਰ ਆਜੋ ਅੱਗੇ ਕੇਵਲ ਢਿੱਲੋਂ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਮੀਦਵਾਰ ਹੈ, ਪਿਛਲੀ ਵਾਰ ਇਸੇ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਹਾਰਿਆ ਹੋਇਆ। ਫਿਰ ਦਲਵੀਰ ਗੋਲਡੀ ਕਾਂਗਰਸ ਵੱਲੋਂ, ਤੇ ਨੌਜਵਾਨ ਹੈ, ਧੂਰੀ ਦਾ MLA ਹੈ, ਭਗਵੰਤ ਮਾਨ ਤੋਂ ਹਾਰਿਆ ਹੋਇਆ।
ਜਿਹੜੀ ਦੋ ਬੰਦੇ ਤਾਂ ਭਗਵੰਤ ਮਾਨ ਤੋਂ ਹਾਰੇ ਹੋਏ ਇੱਥੇ ਖੜੇ ਨੇ, ਦਲਵੀਰ ਗੋਲਡੀ ਵਿਧਾਨ ਸਭਾ 'ਚ ਤੇ ਕੇਵਲ ਢਿੱਲੋਂ ਲੋਕ ਸਭਾ 'ਚ। ਇਹ ਸੀਨ ਹੈ ਉੱਥੋਂ ਦਾ। ਹੁਣ ਆ ਜਾਓ, ਜੇ ਆਪਾਂ ਇਹਨੂੰ ਦੇਖੀਏ ਵੀ ਜਿਹਨੂੰ ਤੁਸੀਂ ਕਾਂਟੇ ਦੀ ਟੱਕਰ ਕਹਿ ਰਹੇ ਹੋ, ਤੇ ਉਸ ਕਾਂਟੇ ਦੀ ਟੱਕਰ ਦੇ ਵਿੱਚ ਜੇ ਐਨਾਲਿਸਿਸ ਕਰੀਏ ਪਹਿਲੇ ਬੰਦੇ ਦਾ, ਪਹਿਲੇ ਉਮੀਦਵਾਰ ਦਾ, ਗੁਰਮੇਲ ਸਿੰਘ ਦਾ, ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਦੇ ਕੋਲ ਬਾਕੀਆਂ ਨਾਲੋਂ ਇੱਕ ਐਜ ਹੈ ਉਹਨਾਂ ਦੀ ਕਿ ਉਹਨਾਂ ਦੇ ਖਿਲਾਫ ਹੁਣ ਤੱਕ ਕਹਿਣ ਨੂੰ ਕੁਝ ਨਹੀਂ ਇਮਾਨਦਾਰੀ ਦੇ ਪੱਖੋਂ, ਕਿ ਉਹਨਾਂ ਦੇ ਕੋਲ ਸਰਕਾਰ ਰਹੀ ਨਹੀਂ, ਉਹਨਾਂ ਨੇ ਹਾਲੇ ਤੱਕ ਕਿਸੇ ਨੂੰ, ਜਿਵੇਂ ਹੁਣ ਕਾਂਗਰਸ ਤੇ ਤਵਾ ਲੱਗ ਸਕਦਾ ਹੈ ਕਿ ਜੀ ਆ ਦੇਖੋ ਸਾਧੂ ਸਿੰਘ ਧਰਮਸੋਤ ਤੁਹਾਡਾ ਜੇਲ੍ਹ 'ਚ ਬੈਠਾ ਹੈ, ਕਰਪਟ ਬੰਦਿਆਂ ਦੀ ਸਰਕਾਰ ਹੈ, ਇਹ ਉਹ, ਇਸੇ ਕਿਸਮ ਦਾ ਕੇਵਲ ਢਿੱਲੋਂ ਤੇ ਲੱਗ ਸਕਦਾ ਹੈ, ਸਭ ਤੇ ਲੱਗ ਸਕਦਾ। ਬਾਕੀ ਸਿਮਰਜੀਤ ਸਿੰਘ ਮਾਨ ਤੇ ਸ਼ਾਇਦ ਉਸ ਤਰ੍ਹਾਂ ਦਾ ਨਾ ਲੱਗੇ। ਲੇਕਿਨ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਬਹੁਤ ਵੱਡੀ ਗੱਲ ਚੱਲਦੀ ਹੈ, ਉਹ ਹੈ ਜਿਹੜੀ ਸਿੱਧੂ ਮੂਸੇਵਾਲੇ ਦਾ ਕਤਲ ਤੇ ਇਹਨਾਂ ਦਾ ਸਿਕਿਉਰਿਟੀ ਜਿਹੜੀ ਵਾਪਸ ਲੈਣਾ, ਇੱਕ ਵੱਡਾ ਹੈ। ਦੂਜੀ ਵੱਡੀ ਦੋ ਗੱਲਾਂ ਕਿ ਗਰੰਟੀਆਂ ਇਹਨਾਂ ਨੇ ਕੋਈ ਵੀ ਪੂਰੀ ਨਹੀਂ ਕੀਤੀ, ਨਾ ਹੀ ਇਹਨਾਂ ਨੇ ਬਿੱਲ ਮਾਫ ਕੀਤੇ ਹਾਲੇ ਤੱਕ, ਤੇ ਨਾ ਹੀ ਇਹਨਾਂ ਨੇ ਹਜ਼ਾਰ ਰੁਪਈਆ ਜਿਹੜਾ ਹੈ ਉਹ ਖਾਤਿਆਂ 'ਚ ਪਾਇਆ। ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਸੁਖਵਿੰਦਰ, ਕਿ ਜੀ ਉਹ ਪੁਰਾਣੀਆਂ ਗੱਲਾਂ ਚੁਟਕਲੇ ਵੀ ਸੁਣਾਉਂਦੇ ਨੇ, ਉਹ ਚੁਟਕਲੇ ਤੇ ਪੁਰਾਣੀਆਂ ਗੱਲਾਂ ਸੁਣਾਉਣੀਆਂ ਮਜਬੂਰੀ ਨੇ। ਕਿਉਂ ਮਜਬੂਰੀ ਨੇ? ਕਿ ਲੋਕਾਂ ਦਾ ਧਿਆਨ ਇਸ ਪਾਸੇ ਦੀ ਬਜਾਏ ਸਾਧੂ ਸਿੰਘ ਧਰਮਸੋਤ ਤੇ ਲੈ ਕੇ ਜਾਈਏ, ਇਹ ਕਹੀਏ ਕਿ ਅਸੀਂ ਇਮਾਨਦਾਰ ਹਾਂ, ਅਸੀਂ ਆਪਣੇ ਮੰਤਰੀ ਨੂੰ ਵੀ ਫੜ ਸਕਦੇ ਹਾਂ। ਕਿਉਂਕਿ ਜੇ ਇਹ ਗੱਲਾਂ ਕਰਨਗੇ, ਇਹ ਗੱਲਾਂ ਚੰਗੀਆਂ ਲੱਗਦੀਆਂ ਨੇ। ਜੇ ਉਹ ਕਹਿਣਗੇ ਅਸੀਂ ਨਜਾਇਜ਼ ਕਬਜ਼ੇ ਛੁਡਾਵਾਂਗੇ, ਜੇ ਉਹ ਕਹਿਣਗੇ ਅਸੀਂ ਤਾਂ ਹੋਰ ਬੜੇ ਮੰਤਰੀ ਫੜਨੇ ਨੇ, ਸਾਡੀ ਰਡਾਰ ਦੇ ਨੇ, ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ। ਜੇ ਉਹ ਗਰੰਟੀਆਂ ਦੀ ਗੱਲ ਕਰਨਗੇ ਤਾਂ ਲੋਕ ਕਹਿਣਗੇ ਭਾਈ ਤੁਹਾਨੂੰ ਤਾਂ ਪਹਿਲਾਂ ਪਤਾ ਸੀ ਵੀ ਪੈਸਾ ਪੰਜਾਬ ਕੋਲ ਨਹੀਂ, ਤੁਸੀਂ ਤਾਂ 9,000 ਕਰੋੜ ਰੁਪਈਆ 3 ਮਹੀਨੇ 'ਚ ਕਰਜ਼ਾ ਲੈ ਲਿਆ, ਹੋਰ ਕਿੰਨਾ ਕਰਜ਼ਾ ਲਓਗੇ। ਜੇ ਗੱਲ ਇਹ ਚੱਲੂਗੀ ਤਾਂ ਮਾਨ ਸਾਹਿਬ ਦੇ ਕੋਲ ਕੋਈ ਜਵਾਬ ਨਹੀਂ। ਇਹ ਗੱਲਾਂ ਤੋਂ ਧਿਆਨ ਲੋਕਾਂ ਦਾ ਹਟਾਉਣ ਲਈ ਉਹਨਾਂ ਦੀ ਕੰਪੇਨ ਇਸ ਕਰਕੇ ਇਹ ਤੇ ਚੱਲ ਰਹੀ ਹੈ, ਇਹਨਾਂ ਗੱਲਾਂ ਤੇ। ਤੇ ਬਾਕੀ ਜਿਹੜਾ ਆਪਾਂ ਰੋਡ ਸ਼ੋਅ ਦੇਖੇ, ਜਿਵੇਂ ਪਿੰਡਾਂ 'ਚ ਭਗਵੰਤ ਮਾਨ ਦੇ ਤਾਂ ਟਿਪਸ ਤੇ ਨੇ। ਭਗਵੰਤ ਮਾਨ 2 ਵਾਰੀ ਜਿੱਤਿਆ, ਲੋਕਾਂ ਦੇ ਵਿੱਚ ਰਹਿਣ ਵਾਲਾ ਬੰਦਾ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਸਿਕਿਉਰਿਟੀ ਇੰਨੀ ਹੁੰਦੀ ਹੈ, ਮੈਨੂੰ ਨਹੀਂ ਪਤਾ ਕਿ ਪ੍ਰੋਟੋਕੋਲ ਕਰਕੇ ਉਹ ਕਰ ਰਹੇ ਨੇ, ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਇੰਨੀ ਹੁੰਦੀ ਹੈ ਜਾਂ ਕੀ ਕਾਰਨਾਂ ਕਰਕੇ ਇੰਨੀ ਸਿਕਿਉਰਿਟੀ ਲੈ ਕੇ ਉਹ ਆਪਣੇ ਵੋਟਰਾਂ 'ਚ ਆਏ ਨੇ। ਲੇਕਿਨ ਭਗਵੰਤ ਮਾਨ ਦਾ ਆਉਣਾ ਤੇ ਇਹ ਜ਼ੋਰ ਲਾਉਣਾ ਇਹੀ ਦਿਖਾਉਂਦਾ ਹੈ ਕਿ ਉਡੀ ਵਧੀਆ ਹਾਲਤ ਨਹੀਂ ਹੈ ਆਮ ਆਦਮੀ ਪਾਰਟੀ ਦੀ ਜਿੰਨੀ ਮਾਨ ਸਾਹਿਬ ਦੀ ਸੀ। ਮਾਨ ਨੂੰ ਬਹੁਤ ਜ਼ੋਰ ਲਾਉਣਾ ਪੈਣਾ ਹੈ, ਘੱਟੋ ਘੱਟ ਥੋੜਾ ਬਹੁਤਾ ਮਾਰਜਨ ਤੇ ਜਿੱਤਣ ਲਈ। ਮੈਂ ਇਹ ਨਹੀਂ ਕਹਿੰਦਾ ਵੀ ਉਹ ਜਿੱਤ ਨਹੀਂ ਸਕਦੇ, ਮੈਂ ਕਹਿੰਦਾ ਕਿ ਪੁਰਾਣੀ ਜਿੱਤ ਜਿਹੜੀ ਹੈ ਉਹ ਦੁਬਾਰਾ ਰਿਪੀਟ ਕਰਨੀ ਔਖੀ ਇਸ ਕਰਕੇ ਵੀ ਹੈ ਕਿ ਪਿਛਲੇ 3 ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਗਿਆ, ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਟੁੱਟੂਗੀ ਜਾਂ ਟੁੱਟ ਰਹੀ ਹੈ, ਉਹ ਵੋਟ ਨਾ ਤਾਂ ਕਾਂਗਰਸ ਕੋਲ ਜਾਣੀ ਹੈ, ਕਿਉਂਕਿ ਕਾਂਗਰਸ ਦਾ ਪਤਾ ਲੱਗਣ ਲੱਗ ਗਿਆ। ਉਹ ਵੀ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਨੰਗੇ ਕਰਨੇ ਸ਼ੁਰੂ ਕੀਤੇ ਹੈ, ਕਰਪਸ਼ਨ, 2 ਤਾਂ ਆ ਗਏ, 4 ਤਾਂ ਮੰਤਰੀ ਆ ਹੀ ਗਏ ਨੇ ਗੇਟ 'ਚ। ਸਾਧੂ ਸਿੰਘ ਧਰਮਸੋਤ ਔਰ ਸੰਗਤ ਸਿੰਘ ਗਿਲਜੀਆ, ਇਹ ਤਾਂ ਤੁਹਾਡੇ ਸਾਹਮਣੇ ਨੇ, ਇਹ ਤਾਂ ਪੂਰੇ ਗੇਟ 'ਚ ਫਸ ਹੀ ਗਏ ਨੇ। ਅੱਜ ਜਿਹੜੀ ਤਾਜ਼ੀ ਰਿਪੋਰਟ ਇਹ ਕਹਿੰਦੀ ਹੈ ਕਿ ਜਿੰਦਾਪੁਰ ਪਿੰਡ ਹੈ ਜਿਹੜਾ ਰੋਪੜ ਜ਼ਿਲ੍ਹੇ ਦਾ ਬੇਲਾ ਪਿੰਡ ਦੇ ਲਾਗੇ, ਜਿੱਥੇ 25 ਏਕੜ ਜਗ੍ਹਾ ਜੰਗਲਾਤ ਦੀ 'ਚ 50 ਫੁੱਟ ਡੂੰਘੀ ਮਾਈਨਿੰਗ ਹੋਈ ਹੈ, ਔਰ ਇਹ ਉੱਥੋਂ ਦੇ ਰੇਂਜ ਅਫਸਰ ਨੇ ਸ਼ਿਕਾਇਤ ਕੀਤੀ ਸੀ। ਤੇ ਚੰਨੀ ਸਾਹਿਬ ਦਾ, ਸਾਬਕਾ ਉੱਥੋਂ ਦਾ ਸਰਪੰਚ ਚੰਨੀ ਸਾਹਿਬ ਦਾ ਮਿੱਤਰ ਇਕਬਾਲ ਸਿੰਘ ਵੀ ਫੜਿਆ ਗਿਆ, ਔਰ ਉੱਥੇ ਇਕੱਲਾ ਹੀ ਨਹੀਂ 530 ਬੂਟੇ ਵੀ ਇਹਦੇ ਚੋਂ ਤੋੜਤੇ ਸੀ ਉਹਨਾਂ ਨੇ ਜਦੋਂ ਮਾਈਨਿੰਗ ਕਰ ਰਹੇ ਸੀ। ਇਹ ਸ਼ਿਕਾਇਤ ਕੀਤੀ ਹੋਈ ਸੀ, ਕਿਉਂ ਨਹੀਂ ਕਾਰਵਾਈ ਹੋਈ? ਤਾਂ ਇਹ ਕਾਰਵਾਈ ਕਰਨ ਦੀਆਂ ਗੱਲਾਂ 5 DFO ਡਿਵੀਜ਼ਨਲ ਫੋਰੈਸਟ ਆਫਿਸਰ ਇਹਦੇ ਲਈ ਵੀ ਰਿਪੋਰਟ ਮੰਗ ਲਈ, ਔਰ ਉੱਥੇ ਜਿਹੜੇ ਟਰੀ ਗਾਰਡ ਲਾਏ ਗਏ ਉਹਨਾਂ ਦੀ ਰਿਪੋਰਟ ਵੀ ਆ ਗਈ। 1,09,000 ਜਿਹੜੇ ਨੇ ਉਹ ਬਾਂਸ ਦੇ ਸੀ,
ਤੇ 27,000 ਜਿਹੜੇ ਨੇ ਉਹ ਕੰਕਰੀਟ ਦੇ ਟੀ ਗਾਰਡ ਸੀ। ਇਹ ਸਾਰਾ ਜਿਹੜਾ ਮਸਲਾ ਹੈ, ਇਹ ਜਦੋਂ ਦੱਸਦੇ ਨੇ ਲੋਕਾਂ ਨੂੰ ਚੰਗਾ ਲੱਗਦਾ। ਜੇ ਨਹੀਂ ਦੱਸਣਗੇ ਮਾਨ ਸਾਹਿਬ, ਫਿਰ ਕੀ ਦੱਸਣਗੇ ਕਿ ਅਸੀਂ ਆਪਣੀਆਂ ਗਰੰਟੀਆਂ ਦਾ ਜ਼ਿਕਰ ਨਹੀਂ ਕਰਨਗੇ। ਉਹ ਆਪਣੀ ਸਪੀਚ ਕਿਤੇ ਵੀ ਦੇਖ ਲਓ, ਕਰ ਸਕਦੇ ਹੀ ਨਹੀਂ। ਤਾਂ ਇਸ ਕਰਕੇ ਉਹਨਾਂ ਦੇ ਕੋਲ ਇਹ ਉਹਨਾਂ ਦਾ ਪਲੱਸ ਪੁਆਇੰਟ ਹੈ। ਔਰ ਇਹਦੇ ਨਾਲ ਉਹਨਾਂ ਨੇ ਮਾਰਨਾ ਹੈ ਦਲਵੀਰ ਗੋਲਡੀ ਕਾਂਗਰਸ ਨੂੰ ਕਿ ਤੁਹਾਡੇ ਬੰਦੇ ਕਿੰਨੀ ਕਰਪਸ਼ਨ ਕਰਦੇ ਸੀ। ਕੱਲਾ ਤਾਂ ਇਹ ਹੋ ਗਿਆ, ਤੇ ਦੂਜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਤੇ ਹੁਣ ਤਾਂ ਅਫਸਰਾਂ ਨੂੰ ਵੀ ਪੈਣਾ ਸ਼ੁਰੂ ਹੋ ਗਏ। ਉੱਥੇ ਵੀ ਨਜ਼ਰ ਆਉਂਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਭਗਤਪੁਰੇ ਦੀ ਜ਼ਮੀਨ 'ਚ ਜੋ ਹੇਰਾਫੇਰੀ ਕੀਤੀ। ਫਿਰ ਉਹਨਾਂ ਨੇ ਕੱਲਾ ਉੱਥੇ ਨਹੀਂ ਕੱਢਦੇ, ਫਿਰ ਰਾਜਾ ਵੜਿੰਗ ਵੀ ਉਹਦੀਆਂ ਜਿਹੜੀਆਂ ਰਾਜਸਥਾਨ ਤੋਂ ਬੱਸਾਂ ਜਿਹੜੀਆਂ ਨੇ, ਇਹਦਾ ਮਤਲਬ ਕਾਂਗਰਸ ਤਾਂ ਇਹਨਾਂ ਨੇ ਇਉਂ ਢਾਹ ਲੈਣੀ ਹੈ ਜਾਂ ਢਾਹ ਰਹੇ ਨੇ। ਤੇ ਫਿਰ ਆ ਜੋ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ ਦਾ ਹਾਲ ਇਸ ਕਰਕੇ ਵੀ ਮਾੜਾ ਹੈ ਕਿ ਆਪ ਉਹ ਜਿਹੜਾ ਹੈ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਹੜਾ ਉੱਥੇ ਪ੍ਰਕਾਸ਼ ਚੰਦ ਗਰਗ ਨੂੰ ਜਿਤਾਉਂਦੇ ਸੀ, ਉਹ ਹੁਣ ਹਿੰਦੂ ਵੋਟ ਕਿੱਥੋਂ ਲੈ ਲੂਗਾ ਉਹ ਤਾਂ ਮਤਲਬ ਜਿਹੜੇ ਸਿੱਖ ਬੰਦੀਆਂ ਦੇ ਨਾਂ ਤੇ ਲੜਾਈ ਲੜਦੀ ਹੈ, ਹਿੰਦੂ ਥੋੜੀ ਉਹਨਾਂ ਦਾ ਸਾਥ ਦੇਣਗੇ। ਉਹ ਤਾਂ ਜਿਹੜੇ ਪੰਥਕ ਪਾਰਟੀ, ਕਦੇ ਪੰਜਾਬੀ ਪਾਰਟੀ ਬਣੀ ਸੀ, ਹੁਣ ਫਿਰ ਪੰਥਕ ਬਣਨ ਨੂੰ ਫਿਰਦੇ ਨੇ। ਤੇ ਅਨਿਲ ਜੋਸ਼ੀ ਸਮੇਤ ਪ੍ਰਕਾਸ਼ ਚੰਦ ਗਰਗ, ਸਰੂਪ ਚੰਦ ਸਿੰਗਲਾ ਤਾਂ ਚਲੇ ਹੀ ਗਿਆ ਪਾਰਟੀ ਛੱਡ ਕੇ। ਉਹ ਹਿੰਦੂ ਜਿੰਨੇ ਕੁ ਵੀ ਸੀ ਉਹ ਵੀ ਬਾਹਰ ਨਿਕਲ ਰਹੇ ਨੇ। ਤਾਂ ਇਹਦਾ ਮਤਲਬ ਕਿ ਅਕਾਲੀਆਂ ਦੇ ਕੋਲ ਕੋਈ ਹੋਰ ਵੱਡਾ ਮੁੱਦਾ ਨਹੀਂ। ਹਾਲਾਂਕਿ ਸੁਖਬੀਰ ਸਿੰਘ ਬਾਦਲ ਪੂਰਾ ਜ਼ੋਰ ਲਾ ਰਿਹਾ, ਉੱਥੇ ਕਮਾਂਡ ਫੜੀ ਹੋਈ ਹੈ, ਆਪਦੀ ਕੋਈ ਫੋਟੋ ਨਹੀਂ ਲਾਈ। ਔਰ ਫੋਟੋ ਨਾ ਲਾਉਣ ਦਾ ਕਾਰਨ ਦੱਸ ਰਹੇ ਨੇ ਕਿ ਅਸੀਂ ਵੀ, ਇਹ ਤਾਂ ਸਾਰੀਆਂ ਸਿੱਖ ਜਥੇਬੰਦੀਆਂ, ਸਿੱਖ ਪੰਥ ਲੜ ਰਿਹਾ, ਇਹ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਇਹ ਗੱਲ ਕੀਤੀ ਹੈ। ਔਰ ਫਿਰ ਇਹਨਾਂ ਕੋਲ ਲੋਕ ਜਿਹੜੀਆਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਤੁਸੀਂ ਕਿਉਂ ਕਰ ਰਹੇ ਹੋ, ਤੁਸੀਂ ਕੀਤਾ ਕੀ ਹੈ। ਇਹਨਾਂ ਬੰਦੇ, ਤੁਸੀਂ ਤਾਂ ਫੜ ਵਾਲਿਆਂ ਚੋਂ ਸੀ, ਤੁਸੀਂ ਕਦੋਂ ਤੋਂ ਛਡਾਉਣ ਵਾਲੇ ਹੋ ਗਏ, ਤੁਸੀਂ ਤਾਂ ਆਪਣੀ ਹੋਈ ਜ਼ਮੀਨ ਤਲਾਸ਼ ਰਹੇ ਹੋ। ਇਹ ਸਿਮਰਜੀਤ ਸਿੰਘ ਮਾਨ ਕਹਿੰਦਾ। ਤੇ ਹੁਣ ਮਾਨ ਦੀ ਜੇ ਗੱਲ ਕਰੀਏ, ਮਾਨ ਸਾਹਿਬ ਜਿਹੜੇ ਨੇ ਖਾਲਿਸਤਾਨ ਜਿੰਦਾਬਾਦ, ਉਹ ਆਪਦੀ ਥਾਂ ਤੇ ਖੜੇ ਨੇ। ਉਹ ਕਹਿੰਦੇ ਸਾਡਾ ਕਨਸਟੀਟਿਊਸ਼ਨਲ ਹੱਕ ਹੈ। ਉਹ ਕਹਿੰਦੇ ਨੇ ਮੈਂ ਜਿਹੜਾ ਆਪਦਾ ਪੈਸਾ ਜਦੋਂ ਮੈਂ ਬਣਿਆ ਸੀ ਮੈਂ ਪੂਰਾ ਖਰਚਿਆ ਇੱਥੇ। ਉਹ ਆਪਣੀ ਗੱਲ ਕਿ ਮੈਂ ਉੱਥੇ ਜਿਹੜਾ ਲੋਕ ਸਭਾ 'ਚ ਮੇਰੀ ਆਵਾਜ਼ ਸੁਣੀ ਜਾਊ, ਕਿਉਂਕਿ ਮੈਂ ਬੋਲਣ ਜਾਣਦਾ, ਇਹਨਾਂ 'ਚ ਕੋਈ ਨਹੀਂ ਬੋਲਣ ਜਾਣਦਾ। ਜੇ ਬੋਲਣ ਜਾਣਦੇ ਹੁੰਦੇ ਤਾਂ ਬੋਲਦੇ ਨਾ। ਉਹ ਦੋਨੇ ਪਾਰਟੀਆਂ ਨੂੰ ਰਗੜੇ ਲਾ ਰਹੇ ਨੇ। ਤਾਂ ਮਾਨ ਸਾਹਿਬ ਦੇ ਕੋਲ ਇਸੇ ਕਰਕੇ ਤੁਸੀਂ ਠੀਕ ਕਿਹਾ ਕਿ ਮਾਨ ਸਾਹਿਬ ਦੀ ਪੋਜੀਸ਼ਨ ਬਾਕੀਆਂ ਨਾਲੋਂ ਬਿਹਤਰ ਕਹੀ ਜਾ ਸਕਦੀ ਹੈ। ਇੱਕ ਸਿੱਧੂ ਮੂਸੇਵਾਲਾ ਜਾਂਦਾ ਹੋਇਆ ਇਹ ਕਹਿੰਦਾ ਸੁਣਿਆ ਗਿਆ ਕਿ ਮਾਨ ਨੂੰ ਭਾਈ ਤੁਸੀਂ ਟਿਕਟ ਪਾ ਦੇ ਦੇਣੀ ਸੀ ਵੋਟ ਅਮਰਗੜ੍ਹ ਤੋਂ, ਇਹ ਤਾਂ ਮੈਂ ਆਪ ਸੁਣਿਆ। ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਨਰਲ ਸਕੱਤਰ ਹੈ, ਉਹਦੀ ਇੱਕ ਆਡੀਓ ਵਾਇਰਲ ਹੁੰਦੀ ਹੈ। ਸਿੱਧੂ ਮੂਸੇਵਾਲਾ ਉਹਦੇ ਨਾਲ ਗੱਲ ਕਰਦਾ ਤਾਂ ਕਹਿੰਦਾ ਕਿ ਮੈਂ ਮਾਨ ਦੀ ਜਿਹੜੇ ਸਪੋਰਟ ਕਰੂੰਗਾ, ਮੈਂ ਤਾਂ ਸੰਤ ਭਿੰਡਰਾਂਵਾਲੇ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ। ਤਾਂ ਇਸ ਕਰਕੇ ਬੰਦੀ ਸਿੰਘਾਂ ਦੇ ਮਸਲੇ 'ਚ ਇਹ ਨਹੀਂ ਕਿਤੇ ਵੀ ਉਲਝਦੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਜੋੜਨ ਨੂੰ ਫਿਰਦਾ ਵੀ ਤੁਸੀਂ ਉਸ ਰਾਹੁਲ ਗਾਂਧੀ ਜਿਨ੍ਹਾਂ ਨੇ ਅਟੈਕ ਕੀਤਾ ਸੀ ਅਕਾਲ ਤਖਤ ਸਾਹਿਬ ਤੇ, ਉਹਦੇ ਤੁਸੀਂ ਹੱਕ 'ਚ ਬੋਲਦੇ ਹੋ। ਅਸਲ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਨੂੰ ਕੁੱਟਣਾ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਹਾਲ ਦੇਖੋ, ਈਡੀ ਨਾਲ ਲੋਕਾਂ ਨੂੰ ਡਰਾ ਰਹੀ ਹੈ। ਤਾਂ ਇਹ ਉਹਨਾਂ ਦੇ ਕੋਲ ਫਿਰ ਹੈ ਜੋ ਦਲਵੀਰ ਗੋਲਡੀ ਬਜਾਤੇ ਖੁਦ ਜਿਹੜਾ ਨੌਜਵਾਨ ਹੈ ਤੇ ਧੂਰੀ ਦੇ ਵਿੱਚ ਉਹਨੇ ਕੰਮ ਕੀਤਾ, ਲੇਕਿਨ ਉੱਥੇ ਉਹਦੀ ਮਦਦ ਕਿੰਨੇ ਕੁ ਬੰਦੇ ਕਰ, ਰਾਜਾ ਵੜਿੰਗ ਤਾਂ ਜ਼ੋਰ ਲਾ ਰਿਹਾ, ਲੇਕਿਨ ਇੱਥੇ ਕਿਹੜੇ ਕਾਂਗਰਸੀ ਜਿਹੜੇ ਗੱਲ ਕਰ ਸਕਦੇ ਨੇ ਜਾਂ ਜਿਹੜੇ ਵਿਚਰਦੇ ਰਹੇ ਨੇ, ਜਿਵੇਂ ਰਜਿੰਦਰ ਕੌਰ ਭੱਠਲ ਕਿੱਥੇ ਹੈ, ਬਿਲਕੁਲ ਨਜ਼ਰ ਨਹੀਂ ਆਈ। ਚਰਨਜੀਤ ਚੰਨੀ ਜਿਹੜਾ ਭਦੌੜ ਤੋਂ ਖੜਾ ਸੀ, ਉਹਨੂੰ ਆਉਣਾ ਚਾਹੀਦਾ ਸੀ, ਪਰ ਕਿੱਥੋਂ ਆਊ, ਉਹ ਤਾਂ ਕੈਨੇਡਾ ਬੈਠਾ। ਕੈਨੇਡਾ ਦਾ ਬਹੁਤ ਵਧੀਆ ਸ਼ਹਿਰ, ਸਭ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਹੈ ਵਿਕਟੋਰੀਆ। ਮੈਨੂੰ ਮੇਰੇ ਕਿਸੇ ਮਿੱਤਰ ਨੇ ਦੱਸਿਆ, ਕਹਿੰਦੇ ਚੰਨੀ ਤੁਹਾਡਾ ਮੈਂ ਵਿਕਟੋਰੀਆ 'ਚ ਦੇਖਿਆ, ਤੇ ਉਹ ਵਿਕਟੋਰੀਆ ਤੁਰਿਆ ਫਿਰਦਾ। ਤੇ ਇਸ ਕਰਕੇ ਉਹਨਾਂ ਦੇ ਕੋਲ ਤਾਂ ਬੰਦੇ ਹੀ ਨਹੀਂ ਜਿਹੜੇ ਜਿਨ੍ਹਾਂ ਤੋਂ ਇਹ ਆਸ ਰੱਖੀ ਜਾ ਸਕੇ। ਨਵਜੋਤ ਸਿੰਘ ਸਿੱਧੂ ਉਹ ਜੇਲ੍ਹ 'ਚ ਬੈਠਾ। ਤਾਂ ਕਾਂਗਰਸ ਦੇ ਕੋਲ ਉਸ ਤਰ੍ਹਾਂ ਦੀ ਸਪੋਰਟ ਜਿਹੜਾ ਹੈ ਨਹੀਂ ਮਿਲ ਰਹੀ। ਰਹਿ ਗਈ ਗੱਲ ਫਿਰ ਕੇਵਲ ਢਿੱਲੋਂ ਵੀ ਉਸ ਤਰ੍ਹਾਂ ਦਾ ਨਹੀਂ ਹਾਲਾਤ।
ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਕੇਵਲ ਢਿੱਲੋਂ ਰਾਹੀਂ ਇਹ ਆਪਣਾ ਦੱਸਣਾ ਚਾਹੁੰਦੀ ਹੈ ਕਿ ਸਾਡਾ ਵੋਟਰ ਬੈਂਕ ਹੁਣ ਵੱਧ ਰਿਹਾ ਹੈ। ਜੇ ਉਹ 5 ਤੋਂ 10% ਵੀ ਲੈ ਜਾਂਦੇ ਨੇ, ਕਿਉਂਕਿ ਜਿਹੜੀ ਵੋਟ ਟੁੱਟੂਗੀ ਸਿੱਖ ਮਸਲਿਆਂ ਨੂੰ ਲੈ ਕੇ, ਜਿਹੜੀ ਅਕਾਲੀਆਂ ਦੇ ਮਾਮਲੇ 'ਚ, ਉਹ ਜਾਣੀ ਕਿੱਥੇ ਹੈ? ਉਹ ਜਾਣੀ ਹੈ ਜਾਂ ਕੇਵਲ ਢਿੱਲੋਂ ਨੂੰ ਜਾਣੀ, ਜਾਂ ਕਾਂਗਰਸ ਨੂੰ ਜਾਣੀ ਹੈ। ਕਾਂਗਰਸ ਦਾ ਤੁਹਾਨੂੰ ਪਹਿਲੇ ਹੀ ਦੱਸ ਚੁੱਕਿਆ। ਤਾਂ ਇਹ ਸਾਰੇ ਹਾਲਾਤ ਦਾ ਜਦੋਂ ਆਪਾਂ ਐਨਾਲਿਸਿਸ ਕਰਦੇ ਹਾਂ, ਉਹਦੇ 'ਚ ਮੈਂ ਇਹ ਕਹਿ ਸਕਦਾ ਕਿ ਹਾਲ ਦੀ ਘੜੀ ਇਸ ਦੇ ਬਾਵਜੂਦ ਕਿ ਪਿੰਡਾਂ 'ਚ ਅਮਨ ਅਰੋੜਾ ਨੂੰ ਨਾਅਰੇਬਾਜ਼ੀ ਕਰਕੇ ਭਜਾਇਆ, ਜਿੰਪਾਂ ਨੂੰ ਨਾਅਰੇਬਾਜ਼ੀ ਕਰਕੇ ਭਜਾਇਆ, ਇਹਨਾਂ ਕੋਲ ਜਵਾਬ ਨਹੀਂ ਸੀ। ਮਜ਼ਦੂਰਾਂ ਨੇ ਆਪਣੀ ਮਜ਼ਦੂਰੀ ਦੇ ਨਾਂ ਤੇ ਕਿ ਤੁਸੀਂ ਤਾਂ ਵਾਅਦਾ ਕੀਤਾ ਸੀ ਕਿ ਅਸੀਂ 1000 ਰੁਪਇਆ ਝੋਨੇ ਦਾ ਏਕੜ ਦਾ ਬਿੱਗੇ ਦਾ ਕਰਾਂਗੇ, ਤੁਸੀਂ ਤਾਂ ਇਹ ਕਿਹਾ ਸੀ ਕਿ ਇੱਕ ਮਿਸਤਰੀ ਦੀ 1000 ਰੁਪਇਆ 700 ਰੁਪਇਆ ਮਜ਼ਦੂਰ ਦੀ ਦਿਹਾੜੀ ਹੋਊ, ਤੁਸੀਂ ਕੀ ਕੀਤਾ? ਲੋਕ ਜਿਹੜੇ ਨੇ ਹੁਣ ਅਵੇਅਰ, ਆਮ ਆਦਮੀ ਪਾਰਟੀ ਦਾ ਅਵੇਅਰ ਕਰਨ 'ਚ ਰੋਲ ਹੈ, ਸਵਾਲ ਕਰਨ 'ਚ। ਹੁਣ ਲੋਕ ਉਹਨਾਂ ਨੂੰ ਸਵਾਲ ਕਰਦੇ ਨੇ, ਨਾਅਰੇਬਾਜ਼ੀ ਕਰਦੇ ਨੇ, ਭਜਾ ਰਹੇ ਨੇ। ਪਰ ਇਸ ਦੇ ਬਾਵਜੂਦ ਕਿ ਉਹਨਾਂ ਨੇ ਗਰੰਟੀਆਂ ਨਹੀਂ ਦਿੱਤੀਆਂ, ਇਸ ਦੇ ਬਾਵਜੂਦ ਉਹਨਾਂ ਦਾ ਵਿਰੋਧ ਵੀ ਹੋ ਰਿਹਾ, ਇਸ ਦੇ ਬਾਵਜੂਦ ਕਿ ਉਸ ਤਰ੍ਹਾਂ ਲੋਕ ਆਪ ਮੁਹਾਰੇ ਨਹੀਂ ਆਉਂਦੇ, ਇਸ ਦੇ ਬਾਵਜੂਦ ਕਿਸੇ ਵੀ ਲੋਕਾਂ ਦਾ ਇੰਟਰਸਟ ਨਹੀਂ ਉੱਥੇ, ਗਰਮੀ ਕਰਕੇ ਕਹਿ ਲਓ, ਲੋਕ ਅੱਕੇ ਪਏ ਨੇ। ਇਸ ਦੇ ਬਾਵਜੂਦ ਕਿ ਜਿਹੜਾ ਹੈ ਸਿੱਧੂ ਮੂਸੇਵਾਲਾ ਆਪਣੇ ਆਪ 'ਚ ਇੱਕ ਹਾਲ ਦੀ ਘੜੀ ਭਾਵੁਕ ਮੁੱਦਾ ਬਣਿਆ ਹੋਇਆ। ਪਰ ਇਸ ਦੇ ਬਾਵਜੂਦ ਮੈਨੂੰ ਹਾਲੇ ਲੱਗਦਾ ਕਿ ਭਾਵੇਂ ਮਾਰਜਨ ਉਹਨਾਂ ਨਹੀਂ ਰਹੂਗਾ, ਜੇ ਅਪਰ ਹੈਂਡ ਦੀ ਗੱਲ ਕਰੀਏ, ਉਹ ਸ਼ਾਇਦ ਹਾਲ ਦੀ ਘੜੀ ਡੀ ਗੁਰਮੇਲ ਸਿੰਘ ਦਾ, ਤੇ ਜੇ ਉਹਦੀ ਟੱਕਰ ਮੈਨੂੰ ਲੱਗਦੀ ਹੈ ਤਾਂ ਉਹ ਲੱਗਦੀ ਹੈ ਸਿਮਰਨਜੀਤ ਸਿੰਘ ਮਾਨ ਨਾਲ। ਤੇ ਇਹ ਯਾਦ ਕਰਾਉਣਾ ਜ਼ਰੂਰੀ ਹੈ, ਮਾਨ ਸਾਹਿਬ ਇੱਥੋਂ ਜਿੱਤ ਚੁੱਕੇ ਨੇ ਇੱਕ ਵਾਰੀ। ਇਹ ਕੋਈ ਵੱਡੀ ਗੱਲ ਨਹੀਂ ਹੋਣੀ ਕਿ ਹੇਰ ਫੇਰ ਵੀ ਹੋ ਜੇ, ਪਰ ਲੱਗਦਾ ਹਾਲ ਦੀ ਘੜੀ ਇਹ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਸਿੱਖ ਮੁੱਦਿਆਂ ਨੂੰ ਲੈ ਕੇ, ਚਲੋ ਅਕਾਲੀ ਦਲ ਤਾਂ ਆਪਣਾ ਜ਼ੋਰ ਲਾ ਰਿਹਾ, ਭਾਜਪਾ ਵੀ ਪਿੱਛੇ ਨਹੀਂ ਹਟ ਰਹੀ, ਕੋਸ਼ਿਸ਼ ਕਰਦੀ ਹੈ ਕਿ ਸਿੱਖ ਵੋਟ ਬੈਂਕ ਨੂੰ ਕੈਸ਼ ਕੀਤਾ ਜਾਏ। ਇਸੇ ਕਰਕੇ ਕੇਵਲ ਸਿੰਘ ਢਿੱਲੋਂ ਇੱਕ ਮਤਲਬ ਕਿ ਸਰਦਾਰ ਫੇਸ ਲਿਆ ਕੇ, ਉਹਨਾਂ ਨੇ ਪਗੜੀਧਾਰੀ ਫੇਸ ਲਿਆ ਕੇ ਸਾਹਮਣੇ ਰੱਖਿਆ। ਕੋਸ਼ਿਸ਼ ਇਹਨਾਂ ਦੀ ਇਹੀ ਹੈ ਕਿ ਪੰਜਾਬ 'ਚ ਏਦਾਂ ਚੱਲੀਏ। ਪਰ ਜਿਹੜਾ ਕੁਝ ਉੱਪਰਲੇ ਲੈਵਲ ਤੇ ਚੱਲਦਾ, ਰਾਮ ਰਹੀਮ ਨੂੰ ਪਹਿਲਾਂ ਫਰਲੋ ਤੇ ਹੁਣ ਪੈਰੋਲ ਦੇ ਦਿੱਤੀ ਗਈ, ਸੰਗੀਨ ਇਲਜ਼ਾਮ ਜਿਨ੍ਹਾਂ ਦੇ ਵਿੱਚ ਸਜ਼ਾਵਾਂ ਵੀ ਬਹੁਤ ਲੰਮੀਆਂ ਹੋਈਆਂ ਨੇ, ਤੇ ਦੂਜੇ ਬੰਨੇ ਬੰਦੀ ਸਿੰਘਾਂ ਦੀ ਰਿਹਾਈ, ਉਹਦੇ ਤੇ ਭਾਜਪਾ ਕੋਈ ਫੈਸਲਾ ਲੈ ਨਹੀਂ ਰਹੀ। ਪਰ ਚਰਚਾਵਾਂ ਚੱਲ ਰਹੀਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਕੋਈ ਫੈਸਲਾ ਅਗਲੇ ਸਮੇਂ ਦੇ ਵਿੱਚ, ਅਗਲੇ ਦਿਨਾਂ 'ਚ ਲਿਆ ਜਾ ਸਕਦਾ। ਦੇਖੋ, ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਜੋ ਗੱਲ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਨੇ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਨਗੇ ਕਿਉਂਕਿ ਇਹਨਾਂ ਨੂੰ ਡਰ ਹੈ ਆਪਣੀ ਹਿੰਦੂ ਵੋਟ ਖਰਾਬ ਨਹੀਂ ਕਰਨਗੇ, ਨੰਬਰ 1। ਨੰਬਰ 2, ਉਹ ਕਿਵੇਂ ਕੇਵਲ ਢਿੱਲੋਂ ਨੂੰ ਸਪੋਰਟ ਹੋ ਜਾਊਗੀ ਜਦੋਂ ਹੁਣ ਕੱਲ ਤੋਂ ਅੱਜ ਉਹਦੀ ਜਿਹੜੀ ਹੈ ਗੁਰਮੀਤ ਰਾਮ ਰਹੀਮ ਦੀ ਪੈਰੋਲ ਹੋ ਗਈ, ਉਹ ਬਾਹਰ ਆ ਗਿਆ। ਪੈਰੋਲ ਤੇ ਬਾਹਰ ਆਉਣ ਦਾ ਮਤਲਬ ਇਹ ਹੈ ਕਿ ਵੋਟਾਂ ਲੈਣੀਆਂ ਨੇ ਆਪਦੀਆਂ ਪ੍ਰੇਮੀਆਂ ਦੀਆਂ, ਇਹ ਤਾਂ ਲੈ ਸਕਦਾ ਹੈ, ਲੇਕਿਨ ਬਾਕੀ ਜਿਹੜੇ ਸਿੱਖਾਂ ਦੀਆਂ ਵੋਟਾਂ ਕਿਵੇਂ ਜਵਾਬ ਦੇਣਗੇ? ਕਿ ਉਹਨੂੰ ਤਾਂ ਤੁਸੀਂ 2 ਔਰਤਾਂ ਦਾ ਜਿਹੜਾ 2 ਰੇਪ ਕੇਸ 'ਚ 2 ਮਰਡਰ ਦੇ ਕੇਸ ਨੇ, ਇੱਕ ਰਜੀਤ ਸਿੰਘ ਦਾ ਮਰਡਰ ਦਾ ਕੇਸ ਹੈ, ਇੱਕ ਛਤਰਪਤੀ ਪੱਤਰਕਾਰ ਦੇ ਕੇਸ 'ਚ ਹਾਲੇ ਕਈ ਕੇਸ ਚੱਲ ਰਹੇ ਨੇ। ਐਸੇ ਬੰਦੇ ਨੂੰ ਤੁਸੀਂ ਪਹਿਲਾਂ ਵੀ ਇਲੈਕਸ਼ਨ ਤੋਂ ਪਹਿਲਾਂ ਬਾਹਰ ਕੱਢਤਾ ਤੇ ਹੁਣ ਵੀ ਤੁਸੀਂ ਚੋਣ ਤੋਂ ਪਹਿਲਾਂ ਨੂੰ ਪੈਰੋਲ ਦੇਤੀ। ਤੇ ਸਿੱਖ ਬੰਦਿਆਂ ਨੂੰ ਜੇ ਦੇਣੇ ਆ, ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਤੁਸੀਂ 1 ਘੰਟੇ ਦੀ ਪੈਰੋਲ ਦਿੰਦੇ ਹੋ। ਤੇ ਇਸ ਇਸ਼ੂ ਤੇ ਬੀਬੀ ਕਮਲਦੀਪ ਕੌਰ ਜਾਂ ਸੁਖਬੀਰ ਸਿੰਘ ਬਾਦਲ ਕੱਲ ਨੂੰ ਬੜੇ ਜ਼ੋਰਦਾਰ ਢੰਗ ਨਾਲ ਗੱਲ ਉਠਾਉਣਗੇ। ਤੋਂ ਇਸ ਕਰਕੇ ਜੇ ਉਹ ਗੱਲ ਉਠਾਉਂਦੇ ਨੇ, ਉਹੀ ਹੈ, ਇਹੀ ਤਾਂ ਸਿਆਸਤ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਦੇ ਕੇ ਇੱਕ ਪਾਸੇ ਤਾਂ ਆਪਦਾ ਵੋਟ ਬੈਂਕ ਕੋਈ ਕੇਵਲ ਢਿੱਲੋਂ ਨੂੰ ਜ਼ਿਆਦਾ, ਦੂਜੇ ਪਾਸੇ ਉਹੀ ਬੰਦੇ ਨੇ ਜਿਹੜੇ ਪਿਛਲੀ ਵਾਰ ਦੀ ਵਿਧਾਨ ਸਭਾ ਦੀ ਇਲੈਕਸ਼ਨ ਦੇ ਵਿੱਚ ਕਹਿੰਦੇ ਨੇ ਕਿ ਅਕਾਲੀਆਂ ਦੀ ਮਦਦ ਕੀਤੀ। ਵੈਸੇ ਜੇ ਅਕਾਲੀਆਂ ਦੀ ਮਦਦ ਕੀਤੀ ਵੀ ਤਾਂ ਇੱਥੇ ਪਤਾ ਇਹ ਲੱਗਣ ਲੱਗਦਾ ਹੁਣ ਕਿ ਗੁਰਮੀਤ ਰਾਮ ਰਹੀਮ ਦੀ ਪ੍ਰੇਮੀ ਮੰਨਦੇ ਕਿੰਨੀ ਕੁ ਨੇ, ਜਾਂ ਉਹਨਾਂ ਦੇ ਪੋਲੀਟੀਕਲ ਵਿੰਗ ਦੀ ਕਿੰਨੀ ਕੁ ਮੰਨਦੇ ਨੇ। ਜੇ ਮੰਨਦੇ ਹੁੰਦੇ ਇੰਨਾ ਬੁਰਾ ਹਾਲ ਹੁੰਦਾ। ਜਿਨ੍ਹਾਂ ਦੀ ਉਹਨਾਂ ਨੇ ਸਪੋਰਟ ਕੀਤੀ ਉਹ ਤਾਂ ਜਿੱਤੇ ਹੀ ਨਹੀਂ। ਤੇ ਅਕਾਲੀਆਂ 'ਚ ਕਿਹੜਾ ਜਿੱਤਿਆ ਦੱਸ ਦਿਓ? ਜਿਨ੍ਹਾਂ ਦੀ ਸਪੋਰਟ ਕੀਤੀ ਹੈ, ਮਾਲਵੇ 'ਚ ਹੀ ਉਹਨਾਂ ਦਾ ਜ਼ੋਰ ਹੈ, ਕੋਈ ਬੰਦਾ ਨਹੀਂ ਜਿੱਤਿਆ। ਇਹਦਾ ਮਤਲਬ
ਭਾਵੇਂ ਕਿ ਉਹਨੂੰ ਛੱਡਿਆ ਇਸ ਕਰਕੇ ਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਉਹ ਸਪੋਰਟ ਕਰੇ, ਕੇਵਲ ਢਿੱਲੋਂ ਦੀ ਸਪੋਰਟ ਪ੍ਰੇਮੀਆਂ ਦੀ ਆਵੇ, ਪਰ ਉਹਦਾ ਆਉਣਾ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਇੱਕ ਥੋੜੀ ਬਹੁਤੀ ਆਕਸੀਜਨ ਜਿਹੜੀ ਹੈ ਉਹ ਕਮਲਦੀਪ ਕੌਰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਦਿਓ। ਇਹ ਵੱਡੇ ਮਸਲਾ ਉਠਾਉਣਗੇ, ਐਂ ਸਿਮਰਜੀਤ ਮਾਨ ਉਠਾਊਗਾ ਮਸਲਾ। ਜੀ ਜੀ ਬਿਲਕੁਲ। ਵਾਲੀਆ ਸਾਹਿਬ, ਆਖਰੀ ਖਬਰ ਜਿਹੜੀ ਅਗਨੀਪਥ ਨੂੰ ਲੈ ਕੇ, ਸਰਕਾਰ ਬਜ਼ਿੱਦ ਹੈ ਆਪਣੀ ਥਾਂ ਤੇ, ਆਉਣ ਵਾਲੇ ਦਿਨਾਂ 'ਚ ਕਹਿੰਦੇ ਭਰਤੀ ਵੀ ਸ਼ੁਰੂ ਕਰ ਦੇਣੀ ਆ, ਪਰ ਜਿਸ ਤਰੀਕੇ ਨਾਲ ਨੌਜਵਾਨਾਂ ਦਾ ਉਬਾਲ ਪੂਰੇ ਮੁਲਕ ਦੇ ਵਿੱਚ ਦੇਖਿਆ ਜਾ ਰਿਹਾ, ਮੈਂ ਪਹਿਲਾਂ ਵੀ ਚਰਚਾ ਕਰ ਰਿਹਾ ਸੀ ਕਿਸੇ ਨਾਲ ਕਿ ਸੰਗਠਿਤ ਨੌਜਵਾਨਾਂ ਨੂੰ ਇੱਕ ਅਗਵਾਈ ਚਾਹੀਦੀ ਹੈ ਹੁਣ, ਕਿਉਂਕਿ ਗੁੱਸਾ ਬਹੁਤ ਆ ਉਹਨਾਂ ਦੇ ਵਿੱਚ, ਬੇਰੁਜ਼ਗਾਰੀ ਜਿਹੜੀ ਹੈ ਉਹ ਆਪਣੀ ਚਰਮ ਸੀਮਾ ਦੇ ਉੱਤੇ ਆ, ਤੇ ਇਸ ਕਰਕੇ ਸਰਕਾਰ ਹੁਣ ਇਹਨਾਂ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰੇਗੀ। ਪਰ ਚਾਹੀਦਾ ਤਾਂ ਇਹ ਹੈ ਕਿ ਆਗੂ ਅੱਗੇ ਆਉਣ ਤੇ ਇਹਨਾਂ ਨੌਜਵਾਨਾਂ ਦੇ ਗੁੱਸੇ ਨੂੰ ਸਾਂਭਣ, ਸਬਰ ਸ਼ਾਂਤੀ ਦੇ ਨਾਲ ਇਸ ਧਰਨੇ ਪ੍ਰਦਰਸ਼ਨਾਂ ਨੂੰ ਜਾਂ ਜੋ ਵੀ ਬੇਰੁਜ਼ਗਾਰੀ ਦੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਵਾਇਆ ਜਾਵੇ ਸਰਕਾਰ ਦੇ ਕੋਲੋਂ ਇੱਕ ਤਾਕਤ ਬਣ ਕੇ। ਦੇਖੋ, ਇੱਕ ਗੱਲ ਹੈ ਕਿ ਇਹ ਬਿਲਕੁਲ ਆਰਗੇਨਾਈਜ਼ਡ ਨਹੀਂ, ਇਹ ਗੁੱਸਾ ਉਹਨਾਂ ਦਾ, ਉਹ ਲੋਕਾਂ ਦਾ ਹੈ ਜਿਹੜੇ ਲੋਕ 2-3 ਸਾਲ ਤੋਂ ਨੌਜਵਾਨ ਫੌਜ 'ਚ ਭਰਤੀ ਹੋਣ ਲਈ ਮਿਹਨਤ ਕਰ ਰਹੇ ਸੀ, ਔਰ ਉਸ ਮਿਹਨਤ ਦੇ ਵਿੱਚ ਉਹਨਾਂ ਨੇ ਫਿਜ਼ੀਕਲ ਟੈਸਟ ਪਾਸ ਵੀ ਕਰ ਲਏ, ਉਹਨਾਂ ਨੇ ਮਿਹਨਤ ਕੀਤੀ। ਉਹ ਇਹ ਉਹਨਾਂ 'ਚੋਂ ਵੱਡੀ ਗਿਣਤੀ ਇਹ ਕਹਿੰਦੀ ਹੈ ਹੁਣ ਤਾਂ ਸਾਡੇ, ਤੁਸੀਂ ਉਹ ਉਡੀਕ ਰਹੇ ਸੀ ਵੀ ਸਾਡਾ ਇੱਕ ਲਿਖਤੀ ਪੇਪਰ ਲਓ ਤੇ ਸਾਨੂੰ ਅਪਾਇੰਟਮੈਂਟ ਦਿਓ, ਹੁਣ ਇਹਨਾਂ ਨੇ ਬਦਲ ਕੇ ਅਗਨੀਪਾਥ ਕਰ ਲਿਆ। ਤੇ ਜਿਹੜਾ ਅਗਨੀਪਾਥ ਹੈ ਇਹ ਆਪਣੇ ਆਪ ਦੇ ਵਿੱਚ ਸੱਚਮੁੱਚ ਹੀ ਬੜੀ ਅਜੀਬ ਜੀ ਜਿਹੜੀ ਹੈ ਇਹ ਉਹਨਾਂ ਨੇ ਸਕੀਮ ਲਿਆਂਦੀ ਹੈ। ਉਹ ਸਕੀਮ ਦੇ ਵਿੱਚ ਜਿਹੜੇ ਅਗਨੀਵੀਰ ਬਣਾਉਣੇ ਨੇ ਨਾ, ਉਹਨਾਂ ਦਾ, ਅਗਨੀ ਵੀਰਾਂ ਦਾ ਕੋਈ ਮਤਲਬ ਇਸ ਕਰਕੇ ਨਹੀਂ ਰਹਿੰਦਾ ਕਿ ਫੌਜ ਦੇ ਵਿੱਚ ਹਲੇ ਬਹੁਤ ਸਾਰੀਆਂ ਪੋਸਟ ਖਾਲੀ ਪਈਆਂ ਨੇ, ਉਹ ਕਦੋਂ ਭਰੀਆਂ ਜਾਣਗੀਆਂ। ਹੁਣ ਇਹਨਾਂ ਨੇ 45,000 ਲੈ ਕੇ ਆਉਣੇ ਨੇ, ਜਿਹੜੀ 4 ਸਾਲਾਂ 'ਚ 45,000 ਇਹ ਸਕੀਮ ਇਹ ਕਹਿੰਦੀ ਹੈ ਅਗਨੀਪਥ। ਤੇ ਜੇ ਇਹ ਗੱਲ ਆਪਾਂ ਮੰਨ ਲਈਏ ਕਿ ਵੀ ਇਹ ਮੰਨ ਲਓ ਵੀ 45,000 ਤੇ 45,000 ਦਾ 25% ਪੱਕਾ ਕਰਨਾ, ਤੇ ਸਾਡੇ ਦੇਸ਼ ਦੇ ਵਿੱਚ ਫੌਜੀਆਂ ਦੀ ਜਿਹੜੀ ਪੋਸਟ ਖਾਲੀ ਪਈ ਆ 1,09,671 ਪਈਆਂ ਨੇ, ਜਿਹੜੀ 1,09,671 ਤੁਸੀਂ ਸਿੱਧੇ ਭਰ ਸਕਦੇ ਸੀ। ਤੁਸੀਂ 4 ਸਾਲ ਲਈ ਭਰੋਗੇ ਤੇ ਉਹਦੇ ਚੋਂ 25% ਉਧਰ ਅੱਗੇ ਪੱਕੇ ਕਰੋਗੇ। ਤੋਂ ਇਹਦਾ ਦੇ ਵਿੱਚੋਂ ਇਸ ਕਰਕੇ ਜਿਹੜੇ ਟੋਟਲ ਹੈ, ਜੇ ਹੁਣ 90,000 ਤਾਂ ਇਕੱਲੇ ਆਰਮੀ ਜਿਹੜੀ ਇਨਫੈਂਟਰੀ ਹੁੰਦੀ ਹੈ ਉਹਦੇ 'ਚ ਨੇ, 11,000 ਨੇਵੀ 'ਚ ਨੇ, 7,000 ਏਅਰਫੋਰਸ ਦੀਆਂ ਪੋਸਟਾਂ ਖਾਲੀ ਪਈਆਂ ਨੇ। ਜਿਹੜੀ ਇਹ ਅਫਸਰਾਂ ਦਾ ਵੀ ਇਹੀ ਹਾਲ ਹੈ, ਉਹ ਵੀ ਤੁਸੀਂ ਆਂਕੜਾ, ਇਹ ਆਂਕੜਾ ਜਿਹੜਾ ਮੈਂ ਦੇ ਰਿਹਾ, ਇਸ ਦੇਸ਼ ਦੇ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਲੋਕ ਸਭਾ 'ਚ ਦਿੱਤਾ, ਲੋਕ ਸਭਾ ਤੇ ਰਾਜ ਸਭਾ 'ਚ। ਉਹ ਕਹਿੰਦੇ 9 ਤੋਂ 10,000 ਅਫਸਰ ਸਾਡੇ ਕੋਲ ਘੱਟ ਨੇ, 7,791 ਆਰਮੀ ਵਿੱਚ ਘੱਟ ਨੇ, 1,575 ਜਿਹੜੇ ਨੇ ਉਹ ਨੇਵੀ 'ਚ ਘੱਟ ਨੇ, 572 ਜਿਹੜੇ ਏਅਰਫੋਰਸ ਦੇ ਅਫਸਰ ਘੱਟ ਨੇ, ਅਫਸਰ ਵੀ ਘੱਟ ਨੇ, ਫੌਜੀ ਵੀ ਘੱਟ ਨੇ, ਤੇ ਤੁਸੀਂ ਭਰਤੀ ਬਜਾਏ ਤੁਸੀਂ ਇਹ ਕੁਛ ਕਰ ਰਹੇ ਹੋ। ਤਾਂ ਉਹ ਸਕੀਮ ਜਿਹੜੀ ਆ ਉਹ ਵੀ ਕੋਈ ਜ਼ਿਆਦਾ ਨਹੀਂ। ਤੁਸੀਂ ਇਹ ਦੇਖੋ ਨਾ ਸਕੀਮ 'ਚ ਕਰਨਾ ਕੀ ਹੈ। ਉਹ ਕਹਿੰਦੇ ਵੀ ਅਸੀਂ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਬੰਦੇ ਲੈਣੇ ਨੇ। ਹੁਣ ਜਦੋਂ ਰੌਲਾ ਪਿਆ, ਇੱਕ ਪਾਸੇ ਤਾਂ ਕਹਿੰਦੇ ਅਸੀਂ ਬੜੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਕੀਤਾ, ਜਦੋਂ ਰੌਲਾ ਪਿਆ ਉਹਨਾਂ ਨੇ ਉਮਰ ਵਨ ਟਾਈਮ ਵਿੱਚ 23 ਸਾਲ ਕਰਤੀ। ਅਮਿਤ ਸ਼ਾਹ ਦੀ ਹੁਣ ਸਟੇਟਮੈਂਟ ਹੈ ਅੱਜ ਹੀ, ਉਹ ਕਹਿੰਦਾ ਜੀ ਅਸੀਂ ਬਸ ਬੜੀ ਜਲਦੀ ਇਹਦੀ ਅਗਲੇ ਸੋਮਵਾਰ ਤੋਂ ਨੋਟੀਫਿਕੇਸ਼ਨ ਕਰਕੇ 24 ਜੂਨ ਤੋਂ ਭਰਤੀ ਸ਼ੁਰੂ ਕਰ ਰਹੇ ਆ, ਇਹ ਕਹਿ ਰਹੇ ਨੇ। ਤੇ ਇਹਦਾ ਮਤਲਬ ਨਹੀਂ ਤੇਜ਼ੀ ਨਾਲ, ਜਦੋਂ ਕੋਈ ਕੰਮ ਕਰਨਾ ਡਿਬੇਟ ਕਿੱਥੇ ਹੈ, ਲੋਕਾਂ ਨੂੰ ਕਿਉਂ ਨਹੀਂ ਕੌਨਫੀਡੈਂਸ ਲਿਆ। ਜਦੋਂ ਕੋਈ ਨੈਸ਼ਨਲ ਲੈਵਲ ਤੇ ਵੱਡੀ ਗੱਲ ਹੁੰਦੀ ਹੈ ਤਾਂ ਸੰਵਾਦ ਨੇਸ਼ਨ ਦੇ ਨਾਲ ਕਰਨਾ ਚਾਹੀਦਾ। ਇਹ ਤਾਂ ਚਾਹੇ ਨੋਟਬੰਦੀ ਹੋਵੇ, ਚਾਹੇ ਕਿਸਾਨ ਦੇ 300 ਕਾਨੂੰਨ ਹੋਣ, ਤੇ ਚਾਹੇ ਫਿਰ ਇਹ ਹੋਵੇ, ਇਹ ਤਾਂ ਆਪਣੀ ਫੈਸਲਾ ਕਰਕੇ ਠੋਸ ਦਿੰਦੇ ਨੇ। ਤੇ ਤੁਹਾਨੂੰ ਇਹ ਵੀ ਦੱਸਦਾ, ਜਿਹੜਾ ਕਹਿੰਦੇ ਕਿ ਨੌਜਵਾਨ ਤਾਂ ਗੁੱਸੇ 'ਚ ਆ ਕੇ, ਅੱਜ ਤਾਂ ਤੁਹਾਨੂੰ ਪਤਾ ਹੈ ਲਗਭਗ ਸਾਰੇ ਦੇਸ਼ ਦੇ ਵਿੱਚ, ਮੈਂ ਦੇਖ ਰਿਹਾ ਸੀ ਕਿ ਸਿਕੰਦਰਾਬਾਦ ਦੇ ਵਿੱਚ ਤਾਂ ਇੱਕ ਮੌਤ ਹੋਈ, 15 ਜ਼ਖਮੀ ਹੋਏ, ਟ੍ਰੇਨ ਨੂੰ ਅੱਗ ਲੱਗੀ।
ਤੇ ਹਾਲੇ ਵੀ ਲੋਕ ਬੈਠੇ ਸੀ ਜਦੋਂ ਤੁਹਾਡੇ ਕੋਲ ਮੈਂ ਆਉਣ ਲੱਗਿਆ। ਤੇ ਫਿਰ ਇੱਕ ਹੋਰ ਵੀ ਦੱਸਦਾ ਕਿ ਜਿਹੜਾ ਹਰਿਆਣਾ ਦੇ ਵਿੱਚ ਬੁਰੀ ਤਰੀਕੇ ਨਾਲ ਇਹ ਹੁਣ ਤਾਂ ਪੰਜਾਬ ਤੱਕ ਆ ਗਈ ਇਹ ਐਜੀਟੇਸ਼ਨ। ਹਰਿਆਣਾ 'ਚ ਇੱਕ ਮੁੰਡੇ ਨੇ ਸੁਸਾਈਡ ਕੀਤਾ, ਸਚਨ ਨੌਆ ਦਾ। ਉਹ 2 ਸਾਲ ਹੋ ਗਏ ਸੀ ਤਿਆਰੀ ਕਰਦਾ ਸੀ ਰੋਹਤਕ ਬੈਠ ਕੇ, ਤੇ ਉਹਨੂੰ ਪਤਾ ਲੱਗਿਆ ਕਿਆ ਹਾਲ ਹੋ ਗਿਆ, ਉਹਨੂੰ ਸੁਸਾਈਡ ਕਰ ਲਿਆ। ਸੁਣੀ ਲੋਕ ਇੰਨੇ ਦੁਖੀ ਨੇ, ਲੋਕਾਂ ਨੂੰ ਆਸ ਸੀ ਤੇ ਸਾਡੇ ਲੋਕ ਤਾਂ ਚਾਹੁੰਦੇ ਸੀ ਕਿ ਵੀ ਸਾਨੂੰ ਨੌਕਰੀ ਦਾ ਮੌਕਾ ਮਿਲੇ, ਅਸੀਂ ਫੌਜ 'ਚ ਜਾਈਏ। ਔਰ ਇਹਨਾਂ ਨੇ ਇੱਕ ਨਵਾਂ ਹੋਰ ਪੰਗਾ ਵੀ ਖੜਾ ਕੀਤਾ ਹੋਇਆ, ਇਹ ਵੀ ਸਮਝਣ ਵਾਲੀ ਗੱਲ ਹੈ। ਇਹ ਕਹਿੰਦੇ ਕਿ ਆਲ ਇੰਡੀਆ ਦੇ ਪੱਧਰ ਤੇ ਹੋਊਗਾ ਤੇ ਇਹਦੇ ਨਾਲ ਕੀ ਹੋਊ, ਸਾਡਾ ਜਿਹੜਾ ਰੈਜੀਮੈਂਟਲ ਸਿਸਟਮ ਟੁੱਟ ਜੂਗਾ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਬਿਲਕੁਲ ਠੀਕ ਹੈ। ਉਹ ਕਹਿੰਦੇ ਮੈਂ ਸਿੱਖ ਰੈਜੀਮੈਂਟ 'ਚ ਹੁੰਦਾ ਸੀ, ਸਿੱਖ ਰੈਜੀਮੈਂਟ 'ਚ ਸਿੱਖ ਭਰਤੀ ਹੁੰਦੇ ਸੀ। ਅੰਗਰੇਜ਼ਾਂ ਨੇ 200 ਸਾਲ 150 ਸਾਲ ਪੁਰਾਣੀ ਗੱਲ ਹੈ। ਕੁਛ ਰੈਜੀਮੈਂਟਾਂ 200 ਸਾਲ ਪੁਰਾਣੀਆਂ ਨੇ। ਰਾਜਪੂਤ, ਜਾਟ ਰੈਜੀਮੈਂਟ, ਗੋਰਖਾ ਰੈਜੀਮੈਂਟ ਉਹ ਟੁੱਟ ਜਾਣਗੀਆਂ। ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਲੜਾਈ ਦੇ ਵਿੱਚ ਉਹੀ ਕੰਮ ਆਉਂਦਾ। ਸਿੱਖ ਐਲਆਈ ਫਾਰ ਐਗਜ਼ਾਮਪਲ, ਲਾਈਟ ਇਨਫੈਂਟਰੀ ਜਿਹਨੂੰ ਸਿੱਖ ਕਹਿੰਦੇ ਨੇ, ਉਹ ਸਿੱਖ ਐਲਆਈ ਨੂੰ ਲੈਂਦੇ ਸੀ, ਸ਼ੁਰੂ ਕਰ ਸਿੱਖੀ ਜਾਂਦੇ ਸੀ ਉਹਦੇ 'ਚ। ਹੁਣ ਸਾਰੇ ਜਾਣਗੇ, ਉਹ ਸਾਰਾ ਸਿਸਟਮ ਮਿਲ ਜੂਗਾ। ਤਾਂ ਇਹਦੇ ਨਾਲ ਬੜਾ ਨੁਕਸਾਨ ਹੋਣਾ ਹੈ। ਤਾਂ ਇਸੇ ਕਰਕੇ ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਹਿੰਸਾ ਹੋ ਰਹੀ ਹੈ, ਹਰਿਆਣਾ 'ਚ ਹੋ ਰਹੀ ਹੈ, ਮੱਧ ਪ੍ਰਦੇਸ਼, ਤੇਲੰਗਾਨਾ, ਯੂਪੀ, ਰਾਜਸਥਾਨ, ਹੁਣ ਤਾਂ ਸੰਗਰੂਰ 'ਚ ਵੀ ਅੱਜ ਲੋਕ ਇਕੱਠੇ ਹੋ ਗਏ ਜਿਹੜੇ ਵਿਰੋਧ 'ਚ। ਤਾਂ ਇਹ ਜਿਹੜਾ ਕੁਛ ਚੱਲ ਰਿਹਾ ਹੈ, ਇਹਦੇ 'ਚ ਪੋਲੀਟੀਕਲ ਬੰਦਿਆਂ ਦਾ ਤਾਂ ਮੈਂ ਹੁਣ ਕਿਹਦਾ ਨਾਮ, ਸਾਰੀਆਂ ਵਿਰੋਧੀ ਪਾਰਟੀਆਂ, ਮੈਂ ਤਾਂ ਉਹਨਾਂ ਦਾ ਨਾਮ ਲੈ ਰਿਹਾ ਜਿਹੜੇ ਇਹਨਾਂ ਦੇ ਨੇ। ਵਰਨ ਗਾਂਧੀ ਭਾਰਤੀ ਜਨਤਾ ਪਾਰਟੀ ਦਾ ਹੈ, ਉਹ ਕਹਿੰਦਾ ਵੀ ਇਹ ਗਲਤ ਹੈ, ਇਹਨੂੰ ਸਕੀਮ ਨੂੰ ਵਾਪਸ ਲਓ। ਕੈਪਟਨ ਸਾਹਿਬ ਅੱਜ ਕੱਲ੍ਹ ਉਹਨਾਂ ਦੇ ਨੇ, ਉਹ ਕਹਿ ਰਹੇ ਨੇ ਕਿ ਇਹਨੂੰ ਵਾਪਸ ਲਓ। ਤਾਂ ਹੁਣ ਗੱਲ ਇਹ ਹੈ ਕਿ ਇਹ ਜਿਹੜੀ ਫੌਜੀ ਭਰਤੀ ਹੈ ਨਾ, ਜਿਸ ਤਰੀਕੇ ਨਾਲ ਹੋ ਰਹੀ ਹੈ, ਉਹ ਕੋਈ ਜ਼ਿਆਦਾ ਵਧੀਆ ਨਹੀਂ ਲੱਗ ਰਿਹਾ। ਹੁਣ ਫਾਰ ਐਗਜ਼ਾਮਪਲ ਜੇ ਆਪਾਂ ਇਹ ਦੇਖੀਏ ਵੀ ਇਹਨਾਂ ਨੇ ਜਿਹੜਾ ਦੇਣਾ ਹੈ ਉਹ ਕੀ ਕਰ ਰਹੇ ਨੇ, ਉਹਨਾਂ ਨੇ ਹਰ ਮਹੀਨੇ ਪਹਿਲੇ ਸਾਲ 30,000 ਦੇਣਾ, 30,000 ਚੋਂ ਇਨ ਹੈਂਡ 21,000 ਆਉਣਾ ਔਰ 30% ਕੱਟਣਾ, 9,000 ਕੱਟਣਾ। ਮਤਲਬ 9,000 ਕੰਟਰੀਬਿਊਟਰੀ ਫੰਡ ਜਿਹੜਾ ਸਰਕਾਰ ਦਾ, ਜਾਣੀ 21,000 ਮਿਲੂ, ਟੋਟਲ ਤਨਖਾਹ 30,000। ਦੂਜੇ ਸਾਲ 33,000 ਤੇ ਜਿਹੜਾ ਇਨ ਹੈਂਡ 23,100 ਆਊ ਤੇ 9,000 ਕੱਟਿਆ ਜਾਊ। ਤੀਜੇ ਸਾਲ 36,500 ਰੁਪਇਆ ਤਨਖਾਹ ਮਿਲੂ, 25,000 ਇਨ ਹੈਂਡ ਹੋਊਗੀ, 10,950 ਜਮਾ ਹੋਊਗੀ, 10,950 ਸਰਕਾਰ ਕਰੂਗੀ, ਹੋ ਗਿਆ। ਚੌਥੇ ਸਾਲ 40,000, 28,000 ਮਿਲੂ, 12,000 ਜਿਹੜੀ 12,000 ਇਹਦੀ ਕੱਟੀ ਜਾਓ ਫੌਜੀ ਦੀ, 12,000 ਪਾਊ ਸਰਕਾਰ। ਤੇ ਜਦੋਂ ਜਾਊਗਾ ਇਹਨੂੰ ਮਿਲਣਾ 4 ਸਾਲ ਬਾਅਦ 11,71,000। ਉਹ ਭਾਈ 4 ਸਾਲ ਬਾਅਦ 11,71 ਲੱਖ ਰਹਿ ਕਿੰਨਾ ਜਾਊਗਾ, ਇਹ ਵੀ ਤਾਂ ਦੇਖੋ ਨਾ। ਮਤਲਬ ਉਹਦੀ ਕੀਮਤ ਕਿੰਨੀ ਰਹਿ ਜਾਊਗੀ, ਇਨਫਲੇਸ਼ਨ ਕਿੰਨੀ ਹੋਊਗੀ, ਮਹਿੰਗਾਈ ਕਿੰਨੀ ਵਧੂਗੀ, ਸਾਰਾ ਵੱਧ ਤੋਂ ਵੱਧ 8 ਲੱਖ ਲਾ ਲਓ, ਵੈਸੇ 7 ਲੱਖ, 7.5 ਲੱਖ। ਤੇ ਕੀ ਉਹ ਜ਼ਿੰਦਗੀ ਕੱਟੂ? 23 ਸਾਲ ਦੀ ਉਮਰ 'ਚ ਜਾਊ ਕਿੱਥੇ ਬੰਦਾ? 23 ਸਾਲ ਦੀ ਉਮਰ 'ਚ ਬੇਰੁਜ਼ਗਾਰ ਹੋ ਜੂ। ਤੇ ਫਿਰ ਸਰਕਾਰ ਕੀ ਚਾਹੁੰਦੀ ਹੈ? ਸਰਕਾਰ ਚਾਹੁੰਦੀ ਹੈ ਕਿ ਪ੍ਰਾਈਵੇਟ ਇਹ ਅਡਾਨੀਆਂ ਅਬਾਨੀਆਂ ਦੇ ਕੋਲ ਚਲੇ ਜਾਣ, ਉਹਨਾਂ ਦੀ ਰੱਖਿਆ ਕਰਨ। ਇਹ ਉਹਨਾਂ ਦੀ ਸਕੀਮ ਇਹ ਹੈ। 25% ਲੋੜ ਹੈ, ਅੱਛਾ ਫਿਰ ਭਰਤੀ ਕਿਹਨੂੰ ਕਰਨਾ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈ। ਕੀ ਕ੍ਰਾਈਟੇਰੀਆ, ਕਿਹੜੀ ਮੈਰਿਟ ਹੈ, ਕਿਵੇਂ ਰੱਖਣਾ, ਇਹ ਸਰਕਾਰ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ। ਚਾਹੇ ਹੁਣ ਕਿਸਾਨ ਗੁਰਨਾਮ ਸਿੰਘ ਚਲੂਨੀ ਬੈਠ ਗਿਆ, ਕਹਿੰਦਾ ਮੈਂ ਬੈਠੂ ਇਹਨਾਂ ਨਾਲ, ਇਹ ਸਾਡੇ ਆਪਣੇ ਨੇ। ਜੇ ਐਜੀਟੇਸ਼ਨ, ਜੇ ਨਹੀਂ ਲੋਕਾਂ ਦੀ ਤਸੱਲੀ ਆਉਂਦੀ ਅਗਲੇ ਦਿਨਾਂ 'ਚ, ਤੁਸੀਂ ਦੇਖ ਲਿਓ, ਜੇ ਐਜੀਟੇਸ਼ਨ ਇਸ ਤਰ੍ਹਾਂ ਕਿਸਾਨ ਤੇ ਜਵਾਨ ਇਕੱਠੇ ਹੋ ਜਾਂਦੇ ਨੇ, ਬਹੁਤ ਔਖਾ ਜੂ ਸੰਭਾਲਣਾ। ਤੇ ਇਸੇ ਕਰਕੇ ਉਹਨਾਂ ਨੂੰ ਲੱਗਦਾ ਹੈ ਇਹਦੇ 'ਚ ਹੀ ਤਾਂ ਇੱਕ ਦਿਨ ਬਾਅਦ ਹੀ ਇਹਨਾਂ ਨੇ ਉਮਰ 23 ਸਾਲ ਕਰਤੀ, ਰਿਲੈਕਸੇਸ਼ਨ ਦੇਤੀ, ਇਸੇ ਕਰਕੇ ਦਿੱਤੀ ਨਾ। ਤੋ ਇਹ ਵਨ ਸਾਈਡਡ ਜਿਹੜੇ ਮੋਦੀ ਸਾਹਿਬ, ਨੋਟਬੰਦੀ ਕੀ ਪੁੱਛਿਆ ਕਿਸੇ ਨੇ? ਨੋਟਬੰਦੀ ਦਾ ਕੀ ਬਣਿਆ? ਕਿਸੇ ਨੇ ਪੁੱਛਿਆ ਸੀ? ਇਹ ਦੇਸ਼ ਦਾ ਮਸਲਾ ਹੈ, ਇਹਦੇ 'ਚ ਬਚਾਉਣਾ ਚਾਹੁੰਦੇ ਨੇ ਪੈਨਸ਼ਨ, ਬਚਾਉਣਾ ਚਾਹੁੰਦੇ ਨੇ। 6.5 ਲੱਖ ਵਿਧਵਾਵਾਂ ਨੇ, ਉਹਨਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਹੈ, ਹੁਣ 4 ਸਾਲ ਬਾਅਦ ਕੀ ਪੈਨਸ਼ਨ ਮਿਲੂਗੀ ਜੀ? ਕੱਲ ਨੂੰ ਇਹਨਾਂ 'ਚ ਕੋਈ ਬੰਦਾ ਮਰ ਜਾਂਦਾ, ਫਿਰ ਕੀ ਕਰੋਗੇ ਤੁਸੀਂ? ਇਹ ਸ਼ਹੀਦ ਹੋ ਜਾਂਦਾ ਹੈ 4 ਸਾਲਾਂ 'ਚ, ਕਿੰਨੀ ਕੁ ਤਿਆਰੀ ਹੁੰਦੀ ਹੈ 4 ਸਾਲਾਂ 'ਚ ਬੰਦੇ ਦੀ? ਤਾਂ
ਇਹ ਪਹਿਲਾਂ ਵੀ ਦੇਖਿਆ, ਪਹਿਲਾਂ ਇੱਕ ਅਫਸਰਾਂ 'ਚ ਸ਼ਾਰਟ ਸਰਵਿਸ ਕਮਿਸ਼ਨ ਹੁੰਦਾ ਸੀ, ਉਹ ਸ਼ਾਰਟ ਸਰਵਿਸ 5 ਸਾਲ ਦਾ ਹੁੰਦਾ ਸੀ, ਫਿਰ ਉਹ ਕੋਰਟ ਚਲੇ ਗਏ, ਫਿਰ ਕੋਰਟ ਨੇ 10 ਸਾਲ ਦਾ ਕੀਤਾ। ਤਾਂ ਇਹਨਾਂ ਨੇ ਜਿਹੜਾ ਇਹ ਤਰੀਕਾ ਵਰਤਿਆ, ਜਿੰਨਾ ਮਰਜ਼ੀ ਇਹਨੂੰ ਸਹੀ ਠਹਿਰਾਈ ਜਾਣ, ਘੱਟੋ ਘੱਟ ਫੌਜ ਤੇ ਨਹੀਂ ਕਰਨਾ ਚਾਹੀਦਾ ਸੀ। ਚਲੋ ਮੰਨ ਲਓ ਇਹ ਕਹਿੰਦੇ ਜੀ ਪੈਰਾਮਿਲਟਰੀ ਫੋਰਸਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਤਰਜੀਹ ਦੇਵਾਂਗੇ। ਹੁਣ 6 ਪੈਰਾਮਿਲਟਰੀ ਫੋਰਸਸ ਨੇ ਆਪਣੀਆਂ, BSF ਹੈ, CRPF ਹੈ, ਅਸਾਮ ਰਾਈਫਲਜ਼ ਹੈ, CISF ਹੈ, ITBP ਹੈ। ਇਹਨਾਂ 'ਚ ਇਹ ਹੈ ਤਾਂ ਫਿਰ ਉਹ ਹੋਮ ਮਿਨਿਸਟਰੀ ਦੇ ਅੰਡਰ, ਜੇ ਦੇਣੀਆਂ ਨੇ ਹੁਣੀ ਕਰ ਦੋ ਕਿ ਜੀ 25% ਅਸੀਂ ਪੱਕੇ ਕਰਾਂਗੇ, ਬਾਕੀਆਂ ਨੂੰ ਇਹਨੇ ਚੇਂਜੋ ਦੇ ਦਾਂਗੇ। ਇਹ ਲਾਰਾ ਲਾਇਆ ਹੈ ਵੀ ਇਹਨਾਂ ਚ ਹੋਊਗਾ। ਤਾਂ ਇਹ ਲਾਰੇ ਜਿਹੜੇ ਨੇ ਇਹ ਮੁੰਡੇ ਗੁੱਸੇ 'ਚ ਇਸ ਕਰਕੇ ਨੇ ਕਿ ਸਾਡੀ ਤਿਆਰੀ ਦਾ ਕੀ ਬਣਿਆ ਜੀ, ਅਸੀਂ 4 ਸਾਲ ਲਈ ਇੰਨੀ ਤਿਆਰੀ ਕਰਦੇ ਰਹੇ, 4 ਸਾਲ ਦੀ ਤਿਆਰੀ 4 ਸਾਲ ਦੀ ਨੌਕਰੀ ਲਈ। ਤਾਂ ਇਸ ਕਰਕੇ ਇਹ ਐਜੀਟੇਸ਼ਨ ਅਗਨੀਪਾਤ ਮੈਂ ਕਹਿ ਸਕਦਾ ਸੱਚਮੁੱਚ ਹੀ ਅਗਨੀ ਪ੍ਰੀਖਿਆ ਬਣ ਗਈ ਸਰਕਾਰ ਦੀ। ਇਹਨਾਂ ਨੂੰ ਮੁੜ ਸੋਚਣਾ ਚਾਹੀਦਾ ਹੈ। ਸਾਲ ਬਾਅਦ ਨਹੀਂ, ਜਿਵੇਂ ਕਿਸਾਨਾਂ ਬਾਰੇ ਜਵਾਨਾਂ ਬਾਰੇ ਜਲਦੀ ਸੋਚਣ ਤਾਂ ਚੰਗੀ ਗੱਲ ਹੈ ਜੀ। ਧੰਨਵਾਦ ਬਹੁਤ ਬਹੁਤ ਵਾਲੀਆ ਸਾਹਿਬ ਤੁਹਾਡਾ। ਸ਼ੁਕਰੀਆ ਜੀ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਸਰ ਹੋਗੇ ਸਿਆਸੀ ਮਾਹਰ ਡਾਕਟਰ ਰਜਿੰਦਰਪਾਲ ਸਿੰਘ ਵਾਲੀਆ। ਅਖੀਰ ਦੇ ਵਿੱਚ ਗੱਲ ਇਹੀ ਆ ਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਸਭ ਕਾ ਸਾਥ ਸਭ ਕਾ ਵਿਕਾਸ, ਇਹਨਾਂ ਨੇ ਆਪਣਾ ਨਾਰਾ ਦਿੱਤਾ, ਪਰ ਇਹ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਪਹਿਲਾਂ ਕਿਸਾਨਾਂ ਤੇ ਹੱਲਾ ਬੋਲਿਆ, ਹੁਣ ਜਵਾਨਾਂ ਤੇ ਹੱਲਾ ਬੋਲ ਦਿੱਤਾ। ਤੇ ਜੇ ਉਹ ਦੋਵੇਂ ਇਕੱਠੇ ਹੋ ਜਾਂਦੇ ਨੇ ਤਾਂ ਇੱਕ ਵੱਡੀ ਤਾਕਤ ਉੱਭਰ ਕੇ ਸਾਹਮਣੇ ਆ ਸਕਦੀ ਹੈ, ਜਿਹਦਾ ਸਰਕਾਰ ਨੂੰ ਖਾਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ। 2024 ਦੀਆਂ ਚੋਣਾਂ ਨੂੰ ਵੀ ਇਹ ਸਿਰ ਤੇ ਹੀ ਸਮਝਣ, ਕੋਈ ਬਹੁਤੀ ਦੂਰ ਵਾਲੀ ਗੱਲ ਨਹੀਂ ਹੈਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।